ਵੀ ਗੁਰੂ ਦੀ ਸੰਗਤ ਵਿੱਚ ਜੇਕਰ ਚੰਗੇ ਭਾਗਾਂ ਕਰਕੇ ਕੋਈ ਚੋਰ ਵਿਕਾਰਾਂ ਨਾਲ ਭਰਿਆ ਵਿਕਾਰੀ ਮਨੁੱਖ ਵੀ ਆ ਕੇ ਜੇ ਸੰਗਤ ਵਿੱਚ ਹਾਜ਼ਰੀ ਭਰਦਾ ਹੈ, ਕਹਿਣ ਤੋਂ ਭਾਵ ਗੁਰੂ ਦੀ ਸੰਗਤ ਵਿੱਚ ਵਿਕਾਰੀ ਮਨੁੱਖ ਵੀ ਚੰਗੇ ਭਾਗਾਂ ਕਰਕੇ ਆ ਬੈਠਣ, ਉਹਨਾਂ ਵਿਕਾਰੀ ਮਨੁੱਖਾਂ ਦਾ ਪ੍ਰਭਾਵ ਸੰਗਤ ਤੇ ਨਹੀਂ ਪੈਂਦਾ, ਬਲਕਿ ਸੰਗਤ ਦਾ ਪ੍ਰਭਾਵ ਵਿਕਾਰੀ ਮਨੁੱਖਾਂ ਤੇ ਪੈਂਦਾ ਹੈ। ਔਗਣਾਂ ਦੇ ਨਾਲ ਭਰੇ ਮਨੁੱਖ ਗੁਣਵਾਨ ਬਣ ਜਾਂਦੇ ਨੇ, ਚੰਗੇ ਗੁਣਾਂ ਦੇ ਧਾਰਨੀ ਬਣ ਜਾਂਦੇ ਨੇ। ਵਿਕਾਰੀ ਮਨੁੱਖ ਭਾਵੇਂ ਵਿਕਾਰਾਂ ਦੇ ਨਾਲ ਭਰਿਆ ਗੁਰੂ ਦੀ ਸੰਗਤ ਵਿੱਚ ਆਵੇਗਾ, ਗੁਰੂ ਦੀ ਸੰਗਤ ਉਹਦੇ ਅਸਰ ਨੂੰ ਨਹੀਂ ਕਬੂਲਦੀ, ਬਲਕਿ ਉਹ ਗੁਰੂ ਦੇ ਸੰਗਤ ਦੇ ਅਸਰ ਨੂੰ ਕਬੂਲੇਗਾ। ਵਿਕਾਰੀ ਮਨੁੱਖ ਵੀ ਪਾਵਨ ਪਵਿੱਤਰ ਉੱਚੇ ਤੇ ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ। ਤੇ ਬਣੇ ਵੀ ਨੇ ਸਾਡੇ ਸਾਹਮਣੇ ਬਹੁਤ ਉਦਾਹਰਨਾਂ ਨੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਹੈ। ਭੂਮੀਆ ਚੋਰ ਹੈ, ਸੱਜਣ ਠੱਗ ਹੈ, ਗਣਕ ਹੈ, ਅਜਾਮਲ, ਬੜੀਆਂ ਉਦਾਹਰਨਾਂ ਨੇ ਸਾਡੇ ਸਾਹਮਣੇ। ਕੋਡਾ ਰਾਖਸਸ ਹੈ। ਜਿਨ੍ਹਾਂ ਨੇ ਵੀ ਗੁਰੂ ਦੀ ਸੰਗਤ ਕੀਤੀ ਹੈ, ਗੁਰੂ ਦੀ ਸੰਗਤ ਕਰਨ ਦੇ ਨਾਲ ਔਗਣਾਂ ਦੇ ਨਾਲ ਭਰੇ ਮਨੁੱਖ ਵੀ ਚੰਗੇ ਗੁਣਾਂ ਦੇ ਧਾਰਨੀ ਬਣ ਗਏ ਨੇ। ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਧਰਤੀ ਭਾਰ ਨਾ ਵਿਆਪਈ ਉਨ ਕੋ ਲਾਹੂ ਲਾਹੇ। ਜਿਵੇਂ ਧਰਤੀ ਹੈ, ਧਰਤੀ ਦਾ ਸੁਭਾਅ ਹੈ, ਇਹਦੇ ਤੇ ਭਗਤ ਜਨ ਵੀ ਧਰਤੀ ਤੇ ਰਹਿੰਦੇ ਨੇ, ਸਾਧ ਵੀ ਨੇ, ਕਹਿਣ ਤੋਂ ਭਾਵ ਚੋਰ ਵੀ ਨੇ, ਠੱਗ ਵੀ ਨੇ। ਹਰੇਕ ਦਾ ਭਾਰ ਧਰਤੀ ਨੇ ਚੁੱਕਿਆ ਹੋਇਆ ਹੈ। ਗੁਰੂ ਦੀ ਸੰਗਤ ਵਿੱਚ ਆਉਣ ਦੇ ਨਾਲ ਧਰਤੀ ਭਾਰ ਨਾ ਵਿਆਪੇ। ਜਿਵੇਂ ਧਰਤੀ ਨੂੰ ਵਜਨ ਨਹੀਂ ਨਾ ਲੱਗਦਾ, ਇਹਦੇ ਤੇ ਭਾਵੇਂ ਕੋਈ ਵੀ ਹੈ, ਸਾਰੇ ਤੁਰੇ ਫਿਰਦੇ ਆ। ਧਰਤੀ ਨੇ ਕਦੇ ਨਹੀਂ ਆਖਿਆ ਵੀ ਮੈਨੂੰ ਭਾਰ ਲੱਗਦਾ ਹੈ। ਹਾਂ, ਇਹ ਗੱਲ ਵੱਖਰੀ ਹੈ। ਉਹਨਾਂ ਦੀ ਗੱਲ ਜ਼ਰੂਰ ਕੀਤੀ ਹੈ ਵੀ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ, ਜਿਨ੍ਹਾਂ ਨੂੰ ਪ੍ਰਮਾਤਮਾ ਭੁੱਲ ਗਿਆ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਉਹ ਧਰਤੀ ਤੇ ਭਾਰ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਯਾਦ ਨਹੀਂ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ। ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਪਰ ਧਰਤੀ ਕਦੇ ਇਨਕਾਰ ਹੀ ਨਹੀਂ ਹੋਈ ਭਾਰ ਚੁੱਕਣ ਤੋਂ। ਇਸੇ ਤਰ੍ਹਾਂ ਗੁਰੂ ਦੀ ਜੋ ਸੰਗਤ ਹੈ, ਇਹਦੇ ਵਿੱਚ ਭਾਵੇਂ ਕੋਈ ਵੀ ਆਵੇ, ਜਿਹੜਾ ਵੀ ਗੁਰੂ ਦੀ ਸੰਗਤ ਵਿੱਚ ਆ ਗਿਆ, ਕਿਉਂਕਿ ਸੰਗਤ ਵਿੱਚ ਪ੍ਰਮਾਤਮਾ ਦੀ ਉਸਤਤੀ ਹੁੰਦੀ ਹੈ। ਸਤਸੰਗਤ ਕੈਸੀ ਜਾਣੀਆਂ, ਜਿੱਥੇ ਏਕੋ ਨਾਮ ਵਖਾਣੀਆਂ, ਜਿੱਥੇ ਕੇਵਲ ਨਾਮ ਦੀ ਗੱਲ ਹੁੰਦੀ ਹੈ, ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ, ਦੁਨਿਆਵੀ ਗੱਲ ਨਹੀਂ ਹੁੰਦੀ। ਗੁਰੂ ਦੇ ਸੰਗਤ ਵਿੱਚ ਆਉਣ ਦੇ ਨਾਲ ਵਿਕਾਰੀ ਮਨੁੱਖ ਨੂੰ ਜ਼ਰੂਰ ਲਾਭ ਪਹੁੰਚਦਾ ਹੈ। ਧਰਤੀ ਭਾਰ ਨਾ ਵਿਆਪਈ ਉਨ ਕੋ ਲਾਹੂ ਲਾਏ। ਵੀ ਜਿਹੜਾ ਔਗਣਾਂ ਦੇ ਨਾਲ ਭਰਿਆ ਵਿਕਾਰੀ ਮਨੁੱਖ ਜਦੋਂ ਸੰਗਤ ਵਿੱਚ ਆਉਂਦਾ ਹੈ, ਸੰਗਤ ਵਿੱਚ ਆਉਣ ਦੇ ਨਾਲ ਸੰਗਤ ਤੇ ਉਹਦਾ ਅਸਰ ਨਹੀਂ ਪੈਂਦਾ, ਬਲਕਿ ਸੰਗਤ ਦਾ ਅਸਰ ਵਿਕਾਰੀ ਮਨੁੱਖ ਤੇ ਪੈਂਦਾ ਹੈ। ਉਹਦਾ ਜੀਵਨ ਬਦਲਦਾ ਹੈ, ਜੀਵਨ ਵਿੱਚ ਪਲਟਾ ਆਉਂਦਾ ਹੈ। ਉਹ ਸੰਗਤ ਵਿੱਚ ਆਉਣ ਦੇ ਨਾਲ ਜ਼ਰੂਰ ਲਾਭ ਪ੍ਰਾਪਤ ਕਰਦਾ ਹੈ। ਮਹੱਲਾ ਪੰਜਵਾਂ। ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ, ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਹੁਣ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ ਹੈ ਵੀ ਸੰਗਤ ਦਾ ਬਹੁਤ ਵੱਡਾ ਪ੍ਰਭਾਵ ਹੈ ਜੀਵਨ ਦੇ ਅੰਦਰ। ਜੇ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਮਨੁੱਖ ਆਉਂਦਾ ਹੈ, ਪਹਿਲਾਂ ਸਮਝਾਇਆ ਵਿਕਾਰੀ ਮਨੁੱਖ ਵੀ ਚੰਗੇ ਗੁਣਾਂ ਵਾਲਾ ਬਣ ਜਾਂਦਾ ਹੈ। ਹੁਣ ਤੇ ਦੁਨਿਆਵੀ ਗੱਲ ਕੀਤੀ ਹੈ, ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਹੈ ਵੀ ਜਿਵੇਂ ਚਾਵਲਾਂ ਨੂੰ ਪ੍ਰਾਪਤ ਕਰਨ ਦੇ ਲਈ ਔਖਲੀ ਵਿੱਚ ਪਾ ਕੇ ਜੀਰੀ ਨੂੰ, ਝੋਨੇ ਨੂੰ ਪਹਿਲਾਂ ਮੋਹਲੀ ਦੇ ਨਾਲ ਕੁੱਟਿਆ ਜਾਂਦਾ ਸੀ। ਕਬੀਰ ਚਾਵਲ ਕਾਰਣੇ, ਕਿਉਂਕਿ ਚਾਵਲਾਂ ਨੂੰ ਤੁਖ ਨਾਲੋਂ ਵੱਖ ਕਰਨਾ ਹੈ। ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਈ। ਵੀ ਜਿਹੜੇ ਛਿੱਲੜ ਨੇ ਉਹਨਾਂ ਨੂੰ ਅਲੱਗ ਕਰਨ ਵਾਸਤੇ ਔਖਲੀ ਵਿੱਚ ਪਾ ਕੇ ਉਹਨਾਂ ਨੂੰ ਮੋਹਲੀ ਦੇ ਨਾਲ ਕੁੱਟਿਆ ਜਾਂਦਾ ਹੈ। ਹੁਣ ਪ੍ਰਾਪਤ ਤਾਂ ਕਰਨੇ ਨੇ ਚਾਵਲ, ਪਰ ਚਾਵਲ ਪ੍ਰਾਪਤ ਕਰਨ ਦੇ ਨਾਲ ਨਾਲ ਜਿਹੜਾ ਛਿੱਲੜ ਹੈ ਉਹਨੂੰ ਵੀ ਆਖਦੇ ਨੇ ਮਾਰ ਸਿਹੜਨੀ ਪੈਂਦੀ ਹੈ। ਸੰਗਤ ਦੀ ਗੱਲ ਕੀਤੀ ਹੈ ਨਾ, ਵੀ ਹੈ ਤਾਂ ਚਾਵਲ ਪ੍ਰਾਪਤ ਕਰਨੇ ਨੇ, ਪਰ ਚਾਵਲ ਪ੍ਰਾਪਤ ਕਰਨ ਦੇ ਲਈ, ਛਿੱਲੜਾਂ ਨਾਲੋਂ ਵੱਖ ਕਰਨ ਦੇ ਲਈ, ਛਿੱਲੜਾਂ ਨੂੰ ਮੋਹਲੀ ਵਿੱਚ ਪਾ ਕੇ ਉਹਨਾਂ ਨੂੰ ਵੀ
ਔਖਲੀ ਚ ਪਾ ਕੇ ਉਹਨਾਂ ਨੂੰ ਵੀ ਮੋਹਲੀ ਦੇ ਨਾਲ ਕੁੱਟਿਆ ਜਾਂਦਾ, ਤਾਂ ਜਾ ਕੇ ਛਿੱਲੜ ਚਾਵਲਾਂ ਦੇ ਨਾਲੋਂ ਅਲੱਗ ਹੁੰਦੇ ਨੇ। ਇਸੇ ਤਰ੍ਹਾਂ ਗੁਰੂ ਸਾਹਿਬ ਆਖਦੇ ਨੇ, ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਇਵੇਂ ਜਦੋਂ ਵਿਕਾਰੀ ਮਨੁੱਖਾਂ ਦੀ ਮਨੁੱਖ ਸੰਗਤ ਕਰਦਾ ਹੈ, ਜੋ ਭੈੜੀ ਬਿਰਤੀ ਵਾਲੇ ਨੇ, ਵਿਕਾਰੀ ਨੇ, ਜੋ ਔਗੁਣਾਂ ਦੇ ਨਾਲ ਭਰੇ ਨੇ, ਜਦੋਂ ਮਨੁੱਖ ਉਹਨਾਂ ਦੀ ਸੰਗਤ ਵਿੱਚ ਬਹਿੰਦਾ ਹੈ, ਉਹਨਾਂ ਦੀ ਸੰਗਤ ਦਾ ਅਸਲ ਕਬੂਲ ਕਰਦਾ ਹੈ, ਉਹਦੇ ਤੇ ਐਸਾ ਅਸਰ ਪੈਂਦਾ ਹੈ, ਉਹ ਵੀ ਫੇਰ ਉਹਨਾਂ ਵਾਂਗੂ ਹੀ ਵਿਕਾਰੀ ਬਣ ਜਾਂਦਾ ਹੈ। ਉਹਦੇ ਅੰਦਰ ਵੀ ਔਗੁਣ ਪੈਦਾ ਹੋ ਜਾਂਦੇ ਨੇ। ਹੁਣ ਜਦੋਂ ਵਿਕਾਰੀਆਂ ਦੀ ਸੰਗਤ ਵਿੱਚ, ਭੈੜੀ ਬਿਰਤੀ ਵਾਲਿਆਂ ਦੀ ਸੰਗਤ ਵਿੱਚ ਮਨੁੱਖ ਬਹਿੰਦਾ ਹੈ, ਉਹਨਾਂ ਦਾ ਅਸਰ ਕਬੂਲ ਕਰਦਾ ਹੈ, ਉਹਦੇ ਵਿੱਚ ਵੀ ਉਹੀ ਔਗੁਣ ਆ ਵਸਦੇ ਨੇ ਜੋ ਵਿਕਾਰੀ ਮਨੁੱਖਾਂ ਵਿੱਚ ਨੇ। ਜੋ ਬੁਰਾਈਆਂ ਉਹਨਾਂ ਵਿੱਚ ਨੇ, ਉਹ ਵੀ ਉਹਨਾਂ ਬੁਰਾਈਆਂ ਦਾ ਧਾਰਨੀ ਬਣ ਜਾਂਦਾ ਹੈ। ਤੇ ਜਦੋਂ ਐਸੇ ਵਿਕਾਰੀ ਕੰਮ ਕਰਦਾ ਹੈ, ਤਬ ਪੁੱਛੇ ਧਰਮ ਰਾਏ, ਫਿਰ ਉਹ ਵੀ ਸਜ਼ਾ ਦਾ ਹੱਕਦਾਰ ਬਣ ਜਾਂਦਾ। ਕਿਉਂਕਿ ਜਦੋਂ ਧਰਮ ਰਾਏ ਨੇ ਲੇਖਾ ਪੁੱਛਣਾ ਵੀ ਜਿਹੜੇ ਵਿਕਾਰੀਆਂ ਨੇ ਮਾੜੇ ਕਰਮ ਕੀਤੇ ਨੇ, ਜੋ ਭੈੜੀ ਮਤ ਦੇ ਧਾਰਨੀ ਨੇ, ਜੋ ਗੁਰੂ ਨਾਲ ਟੁੱਟੇ ਹੋਏ ਨੇ, ਜਦੋਂ ਉਹਨਾਂ ਦੀ ਸੰਗਤ ਵਿੱਚ ਮਨੁੱਖ ਬਹਿੰਦਾ, ਟੁੱਟਿਆਂ ਦੇ ਨਾਲ ਬਹਿੰਦਾ, ਤੇ ਉਹ ਵੀ ਇੱਕ ਦਿਨ ਗੁਰੂ ਨਾਲ ਟੁੱਟ ਜਾਂਦਾ, ਉਹਦੀ ਵੀ ਪਰਮਾਤਮਾ ਦੇ ਨਾਲੋਂ ਦੂਰੀ ਬਣ ਜਾਂਦੀ ਹੈ। ਤੇ ਧਰਮ ਰਾਜ ਕੋਲ ਜਾ ਕੇ ਉਹਨੂੰ ਫਿਰ ਜਮਾਂ ਦੀ ਮਾਰ ਸਿਹੜਨੀ ਪੈਂਦੀ ਹੈ। ਦੋ ਗੱਲਾਂ ਨੇ ਸਮਝਣ ਵਾਲੀਆਂ। ਸੰਗਤ ਵਿੱਚ ਬੈਠਾਂਗੇ, ਜੋ ਪਰਮਾਤਮਾ ਦੇ ਨਾਲ ਜੁੜੇ ਨੇ, ਉਹਨਾਂ ਨਾਲ ਬੈਠਾਂਗੇ ਤੇ ਅਸੀਂ ਵੀ ਜੁੜਾਂਗੇ। ਜੇਕਰ ਵਿਕਾਰੀ ਮਨੁੱਖਾਂ ਦੇ ਨਾਲ ਬੈਠਾਂਗੇ, ਜੋ ਗੁਰੂ ਨਾਲ ਟੁੱਟੇ ਹੋਏ ਨੇ, ਉਹਨਾਂ ਨਾਲ ਬੈਠਾਂਗੇ, ਉਹਨਾਂ ਦੀ ਸੰਗਤ ਕਰਾਂਗੇ, ਇੱਕ ਦਿਨ ਅਸੀਂ ਵੀ ਗੁਰੂ ਨਾਲੋਂ ਟੁੱਟ ਜਾਣਾ, ਸਾਡੀ ਵੀ ਪਰਮਾਤਮਾ ਦੇ ਨਾਲੋਂ ਦੂਰੀ ਬਣ ਜਾਣੀ ਹੈ। ਜਦੋਂ ਦੂਰੀ ਬਣ ਗਈ, ਫਿਰ ਗੁਰੂ ਸਾਹਿਬ ਆਖਦੇ ਨੇ, ਭਾਈ ਤੈਨੂੰ ਮਾਰ ਸਿਹੜਨੀ ਪੈਣੀ ਹੈ। ਜਿਵੇਂ ਚਾਵਲਾਂ ਦੇ ਨਾਲ ਜੋ ਤੁਖ ਹੈ, ਜੋ ਛਿੱਲੜ ਹੈ, ਉਹਨੂੰ ਵੀ ਔਖਲੀ ਵਿੱਚ ਪਾ ਕੇ ਮੋਹਲੀਆਂ ਦੀ ਮਾਰ ਆਪਣੇ ਸਿਰ ਤੇ ਸਹਿਣੀ ਪੈਂਦੀ ਹੈ। ਅੱਗੇ ਕਿਰਪਾ ਕੀਤੀ ਹੈ ਪੌੜੀ, ਆਪੇ ਹੀ ਵੱਡ ਪਰਿਵਾਰ ਆਪ ਇਕੱਤੀਆ। ਪਰਮਾਤਮਾ ਆਪ ਹੀ ਜੋ ਸਾਰਾ ਸੰਸਾਰ ਹੈ, ਇਹ ਸਭ ਪਰਮਾਤਮਾ ਦਾ ਗੁਰੂ ਸਾਹਿਬ ਆਖਦੇ ਨੇ ਪਰਿਵਾਰ ਹੈ। ਆਪੇ ਹੀ ਵੱਡ ਪਰਿਵਾਰ, ਵੀ ਬਹੁਤ ਵੱਡਾ ਪਰਿਵਾਰ ਹੈ ਸੰਸਾਰ ਦੇ ਰੂਪ ਵਿੱਚ। ਆਪ ਇਕੱਤੀਆ, ਤੇ ਪਰਮਾਤਮਾ ਆਪ ਸੰਸਾਰਕ ਜੀਵਾਂ ਤੋਂ ਨਿਰਲੇਪ, ਇਕੱਲਾ ਵੀ ਆਪ ਹੀ ਹੈ, ਤੇ ਸਾਰੇ ਜੀਵਨ ਦੇ ਰੂਪ ਵਿੱਚ ਬਹੁਤ ਵੱਡਾ ਪਰਿਵਾਰ ਵੀ ਉਹ ਆਪ ਹੀ ਹੈ। ਆਪਣੀ ਕੀਮਤ ਆਪ ਆਪੇ ਹੀ ਜਾਤੀ ਆ। ਆਪਣੀ ਬਜ਼ੁਰਗੀ ਦੀ ਕੀਮਤ ਬਣਾਉਣ ਵਾਲਾ ਵੀ ਉਹ ਹੈ, ਤੇ ਆਪਣੀ ਬਜ਼ੁਰਗੀ ਦੀ ਕੀਮਤ ਨੂੰ ਜਾਣਨ ਵਾਲਾ ਵੀ ਉਹ ਆਪ ਹੀ ਹੈ। ਆਪਣੀ ਕੀਮਤ ਆਪ ਆਪੇ ਹੀ ਜਾਤੀ ਆ। ਆਪਣੀ ਬਜ਼ੁਰਗੀ ਦੀ ਕੀਮਤ ਜਾਣਨ ਵਾਲਾ ਵੀ ਉਹ ਆਪ ਹੈ। ਸਭ ਕੁਝ ਆਪੇ ਆਪ ਉਪੰਨਿਆ, ਸਭ ਕੁਝ ਪਰਮਾਤਮਾ ਹੀ ਹੈ, ਵਾਹਿਗੁਰੂ ਹੀ ਹੈ। ਉਹਨੇ ਸਾਰੇ ਸੰਸਾਰ ਨੂੰ ਸਿਰਜਿਆ, ਆਪਣਾ ਕੀਤਾ ਆਪ ਵਰਨਿਆ। ਉਹਨੇ ਆਪ ਜਿੱਥੇ ਜੀਵਾਂ ਨੂੰ ਪੈਦਾ ਕੀਤਾ, ਆਪ ਉਹਨਾਂ ਨੂੰ ਰੰਗ ਰੂਪ ਸ਼ਕਲਾਂ ਵੀ ਪਰਮਾਤਮਾ ਨੇ ਦਿੱਤੀਆਂ ਨੇ। ਧੰਨ ਸੋ ਤੇਰਾ ਥਾਂ ਜਿੱਥੇ ਤੂੰ ਉੱਠਾ ਹੈ ਵਾਹਿਗੁਰੂ, ਉਹ ਥਾਂ ਧੰਨ ਹੈ, ਭਾਗਾਂ ਵਾਲੀ ਹੈ, ਜਿੱਥੇ ਵਾਹਿਗੁਰੂ ਤੂੰ ਬੈਠਾ, ਜਿੱਥੇ ਤੇਰਾ ਵਾਸ ਹੈ, ਜਿੱਥੇ ਬਹਿ ਕੇ ਤੂੰ ਸੰਸਾਰ ਨੂੰ ਚਲਾ ਰਿਹਾ ਹੈ। ਧੰਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿਠਾ, ਉਹ ਤੇਰੇ ਭਗਤ ਵੀ ਧੰਨਤਾ ਦੇ ਯੋਗ ਨੇ, ਭਾਗਾਂ ਵਾਲੇ ਨੇ, ਜਿਨ੍ਹਾਂ ਨੂੰ ਤੇਰਾ ਮਿਲਾਪ ਪ੍ਰਾਪਤ ਹੋ ਗਿਆ, ਜਿਨ੍ਹਾਂ ਨੇ ਤੇਰਾ ਦਰਸ਼ਨ ਕਰ ਲਿਆ। ਧੰਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿਠਾ, ਜਿਸਨੂੰ ਤੇਰੀ ਦਇਆ ਸਾਲਾਹੇ ਸੋਏ ਤੁਧ। ਹੇ ਵਾਹਿਗੁਰੂ, ਉਹੀ ਤੇਰੀ ਭਗਤੀ ਸਿਫਤ ਸਲਾਹ ਕਰਦਾ ਹੈ, ਉਹੀ ਸੰਗਤ ਵਿੱਚ ਹਾਜ਼ਰੀ ਭਰਦਾ, ਜਿਨ੍ਹਾਂ ਉੱਤੇ ਤੂੰ ਦਇਆ ਕੀਤੀ ਹੈ, ਜਿਨ੍ਹਾਂ ਤੇ ਤੂੰ ਆਪਣੀ ਮਿਹਰ ਕੀਤੀ ਹੈ। ਜਿਸਨੂੰ ਤੇਰੀ ਦਇਆ, ਜਿਹਦੇ ਤੇ ਤੇਰੀ ਮਿਹਰ ਹੈ, ਕਿਰਪਾ ਹੈ, ਸਾਲਾਹੇ ਸੋਏ ਤੁਧ, ਉਹੀ ਤੇਰੀ ਸਿਫਤ ਸਲਾਹ ਕਰਦਾ, ਤੇਰੀ ਬੰਦਗੀ ਕਰਦਾ। ਤੇਰੀ ਕਿਰਪਾ, ਤੇਰੀ ਮਿਹਰ ਤੋਂ ਬਗੈਰ ਤੇਰੀ ਬੰਦਗੀ ਇਬਾਦਤ ਨਹੀਂ ਕੀਤੀ ਜਾ ਸਕਦੀ। ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਤੁਧ, ਜਿਸ ਨੂੰ ਆਪਣਾ ਗੁਰੂ ਮਿਲ ਪਿਆ, ਜਿਹਦੀ ਗੁਰੂ ਦੇ ਨਾਲ ਸਾਂਝ ਬਣ ਗਈ ਹੈ, ਉਹ ਮਨੁੱਖ ਪਾਵਨ ਪਵਿੱਤਰ ਜੀਵਨ ਵਾਲਾ ਬਣ ਗਿਆ। ਉਹਦੇ ਅੰਦਰੋਂ ਔਗਣ ਖਤਮ ਹੋ ਗਏ ਨੇ, ਉਹ ਚੰਗੇ ਗੁਣਾਂ ਦਾ ਧਾਰਨੀ ਬਣ ਗਿਆ। ਉਹ ਚੰਗੇ ਗੁਣਾਂ ਦੇ ਧਾਰਨੀ ਬਣ ਗਏ ਨੇ, ਜਿਨ੍ਹਾਂ ਮਨੁੱਖਾਂ ਦੀ ਸਾਂਝ ਆਪਣੇ ਗੁਰੂ ਨਾਲ ਬਣ ਗਈ ਹੈ, ਜਿਹਨੂੰ ਪੂਰਾ ਗੁਰੂ ਦਾ ਮਿਲਾਪ ਪ੍ਰਾਪਤ ਹੋ ਗਿਆ ਹੈ, ਉਹਨਾਂ ਦਾ ਜੀਵਨ ਪਾਵਨ ਪਵਿੱਤਰ ਬਣ ਗਿਆ ਹੈ।
ਸੋ ਗੁਰੂ ਸਾਹਿਬ ਨੇ ਇਸ ਸ਼ਬਦ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ, ਸੰਗਤ ਦੀ ਮਹਾਨਤਾ ਦੱਸੀ ਹੈ। ਜਿੱਥੇ ਪ੍ਰਮਾਤਮਾ ਦਾ ਹਾਰਜਸ ਹੁੰਦਾ ਹੈ, ਵਾਹਿਗੁਰੂ ਦੀ ਉਸਤਤੀ ਹੁੰਦੀ ਹੈ, ਗੁਰੂ ਦੇ ਸੰਗਤ ਵਿੱਚ ਆਉਣ ਦੇ ਨਾਲ ਵਿਕਾਰੀ ਮਨੁੱਖ, ਭੈੜੀ ਬਿਰਤੀ ਵਾਲਾ ਮਨੁੱਖ ਵੀ ਚੰਗੇ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ। ਕਿਉਂਕਿ ਸੰਗਤ ਦਾ ਅਸਰ ਹੀ ਐਸਾ ਹੈ, ਪ੍ਰਭਾਵ ਐਸਾ ਹੈ, ਇੱਥੇ ਆ ਕੇ ਜੀਵਨ ਬਦਲਦਾ ਹੈ। ਇੱਥੇ ਹੀ ਆ ਕੇ ਸਾਨੂੰ ਸੋਝੀ ਗਿਆਨ ਮਿਲਦਾ ਹੈ ਵੀ ਸੰਸਾਰ ਤੇ ਆਇਆ, ਕਿਸ ਮਨੋਰਥ ਨੂੰ ਲੈ ਕੇ ਆਇਆ, ਜੀਵਨ ਕਿਵੇਂ ਬਤੀਤ ਕਰਨਾ ਹੈ, ਪਰਮਾਤਮਾ ਦੀ ਬੰਦਗੀ ਕਿਉਂ ਕਰਨੀ ਹੈ, ਕਿਸ ਲਈ ਕਰਨੀ ਹੈ ਤੇ ਕਿੰਨੀ ਜ਼ਰੂਰੀ ਹੈ। ਇਹ ਸਾਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਗੁਰੂ ਦੀ ਸੰਗਤ ਵਿੱਚ ਅਸੀਂ ਆ ਕੇ ਬਹਿੰਦੇ ਹਾਂ, ਗੁਰੂ ਦੀ ਗੱਲ ਸੁਣਦੇ ਹਾਂ, ਗੁਰੂ ਦੀ ਵਿਚਾਰ ਨੂੰ ਸੁਣਦੇ ਹਾਂ। ਕਿਉਂਕਿ ਗੁਰੂ ਸਾਹਿਬ ਸਾਨੂੰ ਰੋਜ਼ ਸਮਝਾਉਂਦੇ ਨੇ ਵੀ ਸੰਗਤ ਵਿੱਚ ਆਉਣਾ, ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸੁਣਨਾ, ਇਹੀ ਅਸਲ ਵਿੱਚ ਸਾਡੀ ਜ਼ਿੰਦਗੀ ਦਾ ਸਹੀ ਮਾਇਨੇ ਵਿੱਚ ਜਿਉਣ ਦਾ ਮਨੋਰਥ ਹੈ। ਇਸੇ ਵਾਅਦੇ ਨੂੰ ਕਰਕੇ ਆਪਾਂ ਪਰਮਾਤਮਾ ਦੇ ਨਾਲ ਸੰਸਾਰ ਤੇ ਆਏ ਹਾਂ। ਜਿਸ ਨੂੰ ਤਾਂ ਪਰਮਾਤਮਾ ਯਾਦ ਹੈ, ਜਿਸ ਹਿਰਦੇ 'ਚ ਪਰਮਾਤਮਾ ਦੀ ਯਾਦ ਬਣੀ ਹੋਈ ਹੈ, ਜਿਸ ਹਿਰਦੇ ਵਿੱਚ ਪਰਮਾਤਮਾ ਦੇ ਮਿਲਾਪ ਦੀ ਤਾਂਘ ਹੈ, ਉਹਦਾ ਤਾਂ ਪਾਰ ਉਤਾਰ ਹੈ, ਉਹ ਗੁਰੂ ਦੀ ਕਿਰਪਾ ਦਾ ਪਾਤਰ ਹੈ। ਪਰ ਨਾਲ ਗੱਲ ਇਹ ਵੀ ਹੈ, ਜਿਨ੍ਹਾਂ ਨੇ ਵਾਹਿਗੁਰੂ ਨੂੰ ਭੁਲਾ ਦਿੱਤਾ, ਦੂਰੀ ਬਣ ਗਈ ਹੈ, ਉਹ ਸੰਸਾਰ ਤੇ ਫਿਰ ਖੱਜਲ ਖੁਆਰੀ ਹੁੰਦੇ ਨੇ। ਬਚਨ ਆਉਂਦਾ ਹੈ, ਹਰ ਬਿਸਰ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਸੋ ਅਰਦਾਸ ਕਰੇ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ ਭੁਲਾ ਚੁਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।